ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਤੁਸੀਂ ਵੇਖ ਰਹੇ ਹੋ ਜ਼ੀ ਪੰਜਾਬ ਹਰਿਆਣਾ ਹਿਮਾਚਲ ਤੇ ਤੁਹਾਡੇ ਨਾਲ ਮੈਂ ਅਮ੍ਰਿਤਾ ਗਰਗ ਹਾਜ਼ਰ ਹਾਂ ਲੈ ਕੇ ਖਬਰ ਪੰਜਾਬ ਦੀ। ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਦਿੱਲੀ ਕੂਚ ਦੌਰਾਨ ਹਿਰਾਸਤ ਚਲੇ ਗਏ ਉਹਨਾਂ ਕਿਸਾਨਾਂ ਦੀ ਜਿਨ੍ਹਾਂ ਤੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਸੁਣਵਾਈ ਹੋਣ ਜਾ ਰਹੀ ਹੈ। ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਕੋਰਟ ਨੇ ਹਰਿਆਣਾ ਸਰਕਾਰ ਨੂੰ ਨਿਰਦੇਸ਼ ਦਿੱਤੇ ਸਨ ਡਿਟੇਲਡ ਐਫੀਡੇਵਿਟ ਦਾਖਲ ਕਰਨ ਦੇ। ਸਾਡੇ ਸਹਿਯੋਗੀ ਨਿਤਿਕਾ ਮਹੇਸ਼ਵਰੀ ਸਾਡੇ ਨਾਲ ਜੁੜ ਚੁੱਕੇ ਨੇ। ਨਿਤਿਕਾ, ਕੀ ਕੁਝ ਖਾਸ ਅੱਜ ਰਹਿ ਸਕਦਾ ਹੈ? ਕੀ ਲੱਗਦਾ ਹੈ ਕਿ ਇਹਨਾਂ ਐਫੀਡੇਵਿਟਸ ਦੇ ਵਿੱਚ ਕੀ ਕੁਝ ਸਰਕਾਰ ਤਰਕ ਦੇਗੀ? ਅਮ੍ਰਿਤਾ ਤੁਹਾਨੂੰ ਦੱਸ ਦਈਏ ਕਿ ਕਈ ਕਿਸਾਨ ਜਿਹੜੇ ਹਰਿਆਣਾ ਦੇ ਸੀਗੇ ਉਹ ਦਿੱਲੀ ਕੂਚ ਕਰ ਰਹੇ ਸੀਗੇ। ਉਦੋਂ ਹਰਿਆਣਾ ਸਰਕਾਰ ਨੇ ਕਦਮ ਚੁੱਕਿਆ ਸੀਗਾ ਤੇ ਮਾਮਲੇ ਦਰਜ ਕੀਤੇ ਗਏ ਸੀ ਤੇ ਹਿਰਾਸਤ 'ਚ ਵੀ ਲਿਆ ਸੀ, ਜਿਸ ਨੂੰ ਲੈ ਕੇ ਹੈਵੀਅਸ ਕਾਰਪਸ ਜਿਹੜੀ ਤੁਹਾਨੂੰ ਦੱਸ ਦਈਏ ਕਿ ਪਟੀਸ਼ਨ ਕੋਰਟ ਦੇ ਵਿੱਚ ਪਾਈ ਗਈ ਸੀਗੀ ਕਿ ਇਹ ਸਹੀ ਤਰੀਕਾ ਨਹੀਂ ਹੈ। ਉਸ ਤੋਂ ਬਾਅਦ ਕੋਰਟ 'ਚ ਹਰਿਆਣਾ ਸਰਕਾਰ ਨੇ ਸਿਰਫ ਇੰਨਾ ਕਿਹਾ ਸੀਗਾ ਕਿ ਜਿਨ੍ਹਾਂ ਨੂੰ ਵੀ ਅਸੀਂ ਹਿਰਾਸਤ ਦੇ ਵਿੱਚ ਲਿਆ ਸੀ ਉਹਨਾਂ ਨੂੰ ਅਸੀਂ ਛੱਡ ਦਿੱਤਾ ਹੈ। ਤਾਂ ਕੋਰਟ ਨੇ ਕਿਹਾ ਸੀ ਤੁਸੀਂ ਇਹ ਦੱਸੋ ਕਿ ਜਿਨ੍ਹਾਂ ਨੂੰ ਤੁਸੀਂ ਗ੍ਰਿਫਤਾਰ ਕੀਤਾ ਸੀ ਜਾਂ ਹਿਰਾਸਤ 'ਚ ਲਿਆ ਸੀਗਾ ਉਹ ਲੀਗਲ ਸੀ ਜਾਂ ਨਹੀਂ, ਕਾਨੂੰਨੀ ਤੌਰ ਤੇ ਸਹੀ ਸੀ ਜਾਂ ਨਹੀਂ। ਨਾਲ ਹੀ ਕਿਸਾਨਾਂ ਵੱਲੋਂ ਮੁਆਵਜ਼ਾ ਵੀ ਮੰਗਿਆ ਜਾ ਰਿਹਾ ਜਿਹੜਾ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ। ਪਰ ਤੁਹਾਨੂੰ ਦੱਸ ਦਈਏ ਕਿ ਕੋਰਟ ਨੇ ਫਿਲਹਾਲ ਹਰਿਆਣਾ ਸਰਕਾਰ ਨੂੰ ਕਿਹਾ ਕਿ ਤੁਸੀਂ ਡਿਟੇਲ ਐਫੀਡੇਵਿਟ ਦਾਖਲ ਕਰੋ, ਭਾਵੇਂ ਤੁਸੀਂ ਛੱਡਤਾ ਉਹਨਾਂ ਨੂੰ, ਹਿਰਾਸਤ 'ਚ ਲਿਆ ਸੀ ਉਹਨਾਂ ਨੂੰ ਛੱਡ ਦਿੱਤਾ, ਪਰ ਤੁਸੀਂ ਦੱਸੋ ਕਿੰਨੇ ਕਿਸਾਨਾਂ ਨੂੰ ਤੁਸੀਂ ਹਿਰਾਸਤ ਦੇ ਵਿੱਚ ਲਿਆ, ਕਦੋਂ ਛੱਡਿਆ ਤੇ ਕੀ ਜਦੋਂ ਤੁਸੀਂ ਉਹਨਾਂ ਨੂੰ ਗ੍ਰਿਫਤਾਰੀ ਕੀਤੀ ਸੀਗੀ ਉਹ ਕਾਨੂੰਨੀ ਤੌਰ ਤੇ ਸਹੀ ਸੀ ਜਾਂ ਨਹੀਂ। ਤੇ ਅੱਜ ਹਰਿਆਣਾ ਸਰਕਾਰ ਨੇ ਇਸ ਦੇ ਵਿੱਚ ਜਵਾਬ ਜਿਹੜਾ ਦਾਖਲ ਕਰਨਾ ਜੀ। ਕਦੋਂ ਤੱਕ ਨਿਤਿਕਾ ਇਹ ਸੁਣਵਾਈ ਮੁਮਕਿਨ ਦੱਸੀ ਜਾ ਰਹੀ? ਕਿੰਨੇ ਵਜੇ ਹੋਏਗੀ? 11 ਵਜੇ ਤੋਂ ਬਾਅਦ ਕਦੇ ਵੀ ਹੋ ਸਕਦੀ ਹੈ ਅਮ੍ਰਿਤਾ ਇਹ ਸੁਣਵਾਈ, ਕਿਉਂਕਿ ਹਰਿਆਣਾ ਸਰਕਾਰ ਨੇ ਅੱਜ ਜਵਾਬ ਦੇਣਾ ਹੈ। ਜਦਕਿ ਇਹਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਵੱਲੋਂ ਜ਼ਰੂਰ ਕੁਛ ਨਾ ਕੁਛ ਕਿਹਾ ਜਾ ਸਕਦਾ, ਕਿਉਂਕਿ ਹਰ ਵਾਰ ਉਹਨਾਂ ਵੱਲੋਂ ਵੀ ਕੋਈ ਨਾ ਕੋਈ ਐਪਲੀਕੇਸ਼ਨ ਜਿਹੜੀ ਹੈ ਜ਼ਰੂਰ ਪਾਈ ਜਾਂਦੀ ਹੈ। ਜੀ ਬਹੁਤ ਸ਼ੁਕਰੀਆ ਨਿਤਿਕਾ ਇਸ तमाम ਜਾਣਕਾਰੀ ਦੇ ਲਈ। ਅਪਡੇਟਸ ਲਈ ਤੁਹਾਡਾ ਰੁਖ ਕਰਾਂਗੇ। ਫਿਲਹਾਲ ਧੰਨਵਾਦ। ਸੋ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਦਿੱਲੀ ਦੀਆਂ ਬਰੂਹਾਂ ਤੇ ਕਿਸਾਨਾਂ ਦਾ ਇਹ ਸੰਘਰਸ਼ ਅੱਜ 23ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਹੈ। ਫਹਿਰਿਸਤ ਕਿੰਨੀ ਲੰਬੀ ਹੋ ਸਕਦੀ ਹੈ ਫਿਲਹਾਲ ਇਸ ਤੇ ਕੁਝ ਕਿਹਾ ਨਹੀਂ ਜਾ ਸਕਦਾ। ਇਹਨਾਂ ਦਿਨਾਂ ਦੀ ਫਹਿਰਿਸਤ ਕਿੰਨੀ ਲੰਬੀ ਹੋ ਸਕਦੀ ਹੈ ਕਿਉਂਕਿ ਕਾਨੂੰਨ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਵੀ ਡਟੇ ਹੋਏ ਨੇ ਤੇ ਕਾਨੂੰਨ ਰੱਦ ਨਹੀਂ ਹੋਏਗਾ। ਕੇਂਦਰ ਵੀ ਇਹ ਗੱਲ ਬਾਰ-ਬਾਰ ਕਹਿ ਰਿਹਾ ਹੈ। ਹੁਣ ਤੁਹਾਨੂੰ ਵਿਖਾਉਂਦੇ ਹਾਂ ਸਿੰਘੂ ਬਾਰਡਰ ਤੇ ਡਟੇ ਕਿਸਾਨਾਂ ਦੀਆਂ 3 ਤਸਵੀਰਾਂ ਜਿੱਥੇ ਲਗਾਤਾਰ ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਕਰ ਰਹੇ ਨੇ ਕਿਸਾਨ। ਹੱਡ ਚੀਰਵੀਂ ਠੰਡ ਦੇ ਬਾਵਜੂਦ ਇਹਨਾਂ ਹੌਸਲਿਆਂ ਦੇ ਵਿੱਚ ਕੋਈ ਕਮੀ ਨਹੀਂ ਆਉਂਦੀ ਨਜ਼ਰ ਆ ਰਹੀ। ਇਸ ਦੌਰਾਨ ਲੰਗਰ ਵੀ ਬਕਾਇਦਾ ਲਗਾਏ ਜਾ ਰਹੇ ਨੇ। ਠੰਡ ਤੋਂ ਬਚਣ ਦੇ ਇੰਤਜ਼ਾਮ ਵੀ ਕੀਤੇ ਜਾ ਰਹੇ ਨੇ। ਤਸਵੀਰਾਂ ਤੁਸੀਂ ਵੇਖੋਗੇ। ਤਸਵੀਰ ਪਹਿਲੀ ਦੇ ਵਿੱਚ ਹੱਡ ਚੀਰਵੀਂ ਠੰਡ ਦੇ ਵਿੱਚ ਕਿਸ ਤਰ੍ਹਾਂ ਬੰਦੋਬਸਤ ਕੀਤੇ ਗਏ ਨੇ। ਤਸਵੀਰ ਦੂਜੀ ਸੰਘਰਸ਼ ਬਾਦਸਤੂਰ ਉਸੇ ਤਰ੍ਹਾਂ ਜਾਰੀ ਨੇ। ਇਹ ਹੱਡ ਚੀਰਵੀਂ ਠੰਡ ਭਾਵੇਂ ਹੀ ਸ਼ਰੀਰਾਂ ਨੂੰ ਢਾਹ ਲਾ ਸਕਦੀ ਹੈ ਪਰ ਇਹਨਾਂ ਦੇ ਹੌਸਲਿਆਂ ਨੂੰ, ਇਹਨਾਂ ਦੇ ਜਜ਼ਬਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਢਾਹ ਨਹੀਂ ਲੱਗੀ। ਤੀਜੀ ਤਸਵੀਰ ਵੀ ਤੁਸੀਂ ਵੇਖੋਗੇ। ਹਰ ਤਰ੍ਹਾਂ ਦੇ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਵੱਲੋਂ। ਲੰਗਰ ਦੀ ਵਿਵਸਥਾ ਵੀ ਪੂਰਨ ਤੌਰ ਤੇ ਉਦਾਂ ਹੀ ਚੱਲ ਰਹੀ ਹੈ ਤੇ ਠੰਡ ਤੋਂ ਬਚਣ ਦੇ ਵੀ ਪੂਰੇ ਇੰਤਜ਼ਾਮ ਜੋ ਨੇ ਉਹ ਕਿਸਾਨ ਕਰਦੇ ਇੱਥੇ ਨਜ਼ਰ ਆ ਰਹੇ ਨੇ। ਤਿਆਰੀਆਂ ਲੰਮਾ ਸੰਘਰਸ਼ ਚੱਲਣਾ ਵਾ। ਅੱਗੇ ਮੈਂ ਬੋਲਿਆ ਜਿੰਨਾਂ ਨੇ ਕਾਲੇ ਕਾਨੂੰਨ ਵਾਪਸ ਨਹੀਂ ਹੋਣੇ, ਲਗਾਤਾਰ ਹੀ ਚੱਲਣਾ ਵਾ। ਇਹਦੋਂ ਵਧੂਗਾ। ਠੰਡ ਦਾ ਪ੍ਰਵਾਹ ਨਹੀਂ ਗੀ। ਜਿਹੜੇ ਕਾਲੇ ਕਾਨੂੰਨਾਂ ਨਾਲ ਲੋਕਾਂ ਨੇ ਮਾਰ ਆ ਨਾ ਉਹ ਜ਼ਿਆਦੀ ਆ, ਠੰਡ ਘੱਟ ਆ। ਵੇਖੋ ਬਜ਼ੁਰਗ ਹੈਗੇ ਆ, ਨੌਜਵਾਨ ਵੀ ਹੈਗੇ ਆ, ਬੀਬੀਆਂ ਬੱਚੇ ਆ, ਠੰਡ ਬਹੁਤ ਜ਼ਿਆਦੀ। ਉਹਦਾ ਕਰਕੇ ਜਿਹੜਾ ਟੈਂਟ ਦਾ ਪ੍ਰਬੰਧ ਆ ਟੈਂਟ ਦਾ ਚੱਲਣ ਡਿਆ। ਟੈਂਟ ਚੱਲੂਗਾ ਲਗਾਤਾਰ। ਜਿਹੜਾ ਸੰਘਰਸ਼ ਇਹ ਵਧੂਗਾ, ਜਿਹੜਾ ਇਹ ਰੁਕਣਾ ਨਹੀਂਗਾ, ਇਹ ਵਧਣਾ ਵਾ। ਇਸ ਕਰਕੇ ਟੈਂਟ ਦੀ ਤਿਆਰੀ ਜਿਹੜੀ ਫੁੱਲ ਵਾ। जो सुप्रीम कोर्ट का सुनवाई था कल, सुप्रीम कोर्ट ने सरकार को बोला, मोदी सरकार को, कि जो किसान इधर पूरा दिल्ली घेर के बैठे, रोड पर बैठे इतनी ठंड में, उनका सुनो, बात सुनो भी क्या बोलना चाहते हैं, उनका मसला हल करो। और जो अपने सुप्रीम कोर्ट ने किसानों की जथेबंदी बनाई है, कमेटी बनाई है 8 मेंबरी, उसमें हम यकीन नहीं रखते, क्योंकि उसमें कोई ऐसे भी है जो बिक्री होने वाले बिके पहले 2-2, 3-3 दफ़ा, उसमें हम नहीं यकीन रखते। अगर तो सरकार बातचीत करके हमारे साथ, मोदी साहब PM बैठे, बात करे, ये काले कानून को वापस ले जाए। अगर नहीं कोई सुप्रीम कोर्ट है वो ठीक है, हम उसकी इज्जत करते हैं, पर हम अपने हक के लिए ये मोर्चा नहीं छोड़ेंगे लास्ट दम तक।
ਗੱਲ ਸੁਪਰੀਮ ਕੋਰਟ ਦੀ ਕਰ ਲਈਏ ਤਾਂ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਫਿਲਹਾਲ ਕੋਈ ਖਾਸ ਦਿਸ਼ਾ ਨਿਰਦੇਸ਼ ਸਾਹਮਣੇ ਨਹੀਂ ਆਏ, ਪਰ ਇੱਕ ਬੇहद ਅਹਿਮ ਸਵਾਲ ਜੋ ਸੁਣਵਾਈ ਦੌਰਾਨ ਅਦਾਲਤ ਨੇ ਕੇਂਦਰ ਸਰਕਾਰ ਤੋਂ ਪੁੱਛਿਆ ਉਹ ਕਾਫੀ ਅਹਿਮੀਅਤ ਰੱਖਦਾ ਹੈ ਕਿ ਜਦੋਂ ਤੱਕ ਗੱਲਬਾਤ ਸਿਰੇ ਨਹੀਂ ਚੜ੍ਹਦੀ ਕਿ ਉਦੋਂ ਤੱਕ ਇਹਨਾਂ ਕਾਨੂੰਨਾਂ ਤੇ ਰੋਕ ਲਗਾਈ ਜਾ ਸਕਦੀ ਹੈ। ਹਾਲਾਂਕਿ ਦੂਜੇ ਪਾਸੇ ਕਿਸਾਨ ਵੀ ਇਹੀ ਕਹਿ ਰਹੇ ਨੇ ਕਿ ਲੀਗਲ ਪੈਨਲ ਦੇ ਨਾਲ ਮੰਥਨ ਕਰਨਗੇ, ਉਸ ਤੋਂ ਬਾਅਦ ਹੀ ਅਗਲੀ ਰਣਨੀਤੀ ਬਣਾਈ ਜਾਏਗੀ। पर इस सब विचाले सवाल यही है कि आखिर हल कदों। किसानों ਨੂੰ ਦਿੱਲੀ ਬਾਰਡਰਾਂ ਤੋਂ ਹਟਾਏ ਜਾਣ ਦੇ ਮਸਲੇ ਤੇ ਸੁਪਰੀਮ ਕੋਰਟ ਨੇ ਸਾਫ਼ ਕਿਹਾ ਹੈ ਕਿ ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ ਅਤੇ ਉੱਚ ਅਦਾਲਤ ਉਹਨਾਂ ਨੂੰ ਅਜਿਹਾ ਕਰਨ ਤੋਂ ਨਹੀਂ ਰੋਕੇਗੀ। ਨਾਲ ਹੀ ਅਦਾਲਤ ਨੇ ਕਿਹਾ ਕਿ ਜ਼ਰੂਰੀ ਹੈ ਕਿ ਇਸ ਪ੍ਰਦਰਸ਼ਨ ਕਾਰਨ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਤੇ ਕਿਸੇ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਜਾਏ। ਨਾਲ ਹੀ ਸੁਪਰੀਮ ਕੋਰਟ ਨੇ ਕਿਹਾ ਕਿ ਅਟਾਰਨੀ ਜਨਰਲ ਭਰੋਸਾ ਦੇ ਸਕਦੇ ਨੇ कि जब तक मामला सुनवाई अधीन है उद तक कानून नूं होल्ड करके रखा जा सकता है। जरूरी है पुलिस भी कोई सख्त कार्रवाई ना करे अते एक कमेटी का गठन करके अगे कदम बढ़ाया जा सकता है। उन्होंने कहा कि असी कानून ते रोक लगाउण दी गल नहीं कर रहे। अटॉर्नी जनरल ने कहा कि सरकार नाल गल करांगे ते फिर इस बारे अदालत नूं जानकारी दित्ती जावेगी। Honorable Chief Justice said right of protest, we are going to recognize the right of protest of these farmers. At the same time, the right of movement of citizens. Though the court is want to balance both right of protest of farmers as well as right of movement. फिलहाल किसान अंदोलन अगे सुनवाई टल चुकी है, पर संघर्षशील किसान जथेबंदियां ਅਤੇ ਵੱਖ-ਵੱਖ ਕਿਸਾਨ ਜਥੇਬੰਦਕ ਢਾਂਚੇ ਕੇਂਦਰ ਨੂੰ ਮੰਗ ਕਰ ਰਹੇ ਨੇ ਕਿ ਕਾਨੂੰਨ ਨੂੰ ਮੁੱਢੋਂ ਰੱਦ ਕੀਤਾ ਜਾਵੇ। ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਹਾਲਾਂਕਿ ਇਹ ਤੱਕ ਕਹਿ ਦਿੱਤਾ ਹੈ ਕਿ ਇੱਕ ਦਿਨ ਵਿੱਚ ਮਾਮਲੇ ਦੀ ਸੁਣਵਾਈ ਨਹੀਂ ਹੋ ਸਕਦੀ। ਉਧਰ ਸੁਪਰੀਮ ਕੋਰਟ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਇਸ ਮੁੱਦੇ ਦਾ ਹੱਲ ਗੱਲਬਾਤ ਰਾਹੀਂ ਕੱਢਿਆ ਜਾ ਸਕਦਾ ਹੈ ਤਾਂ ਕਿਸਾਨਾਂ ਨੂੰ ਵੀ ਇੱਕ ਕਦਮ ਅੱਗੇ ਵਧਾਉਣ ਦੀ ਜ਼ਰੂਰਤ ਹੈ। ਸੁਪਰੀਮ ਕੋਰਟ ਦੀ ਕਾਰਵਾਈ ਤੇ ਕਿਸਾਨਾਂ ਨੇ ਕਿਹਾ ਕਿ ਹਾਲੇ ਤੱਕ ਉਹਨਾਂ ਨੂੰ ਅਧਿਕਾਰਿਤ ਤੌਰ ਤੇ ਜਾਣੂ ਨਹੀਂ ਕਰਵਾਇਆ ਗਿਆ ਤੇ ਫਿਲਹਾਲ ਕਿਸਾਨ ਆਪਣੇ ਲੀਗਲ ਪੈਨਲ ਨਾਲ ਗੱਲਬਾਤ ਕਰਨ ਦੀ ਗੱਲਬਾਤ ਕਰ ਰਹੇ ਨੇ। आप सब जानना चाहते हैं, सुप्रीम कोर्ट में एक केस है, अभी हमारे पास उसके बारे में कोई डॉक्यूमेंट्री कोई नहीं आई चीज़। जब हमारे पास आएगी तो हम अपनी लीगल टीम को उसके साथ चर्चा करेंगे और उसके बाद आपके साथ शेयर करेंगे। ये वकील लंबी लंबी बहसें करेंगे, बड़े बड़े वकील भेजेंगे वहां पे और एक बंद कमरे में 2 दिन में जज साहबान फैसला नहीं कर पाएंगे। देखो किसानों के उल्ट कदे भी अदालतां फैसले उल्ट नहीं करदियां हुंदियां। अदालत जिहड़ी हैगी आ अदालत बार-बार यही कह रही है कि किसानों के मामले का जल्दी हल कड्डो। हल करना सरकार ने आ, जिम्मेवारी सरकार दी आ। सुप्रीम कोर्ट जिहड़ी आ ऑनरेबल सुप्रीम कोर्ट डायरेक्शन दे रही है, सो मैं समझदा बिल्कुल पॉजिटिव ढंग नाल किसानों के मसले का हल हो। फिलहाल अदालत ने कहा कि किसानों का पक्ष जाने बिना कोई फैसला नहीं लिया जा सकता। अजिहे विच सरकार ते किसानों के दरमियान कमेटी बनाउण नूं लैके कोई फैसला नहीं होया। हालांकि सुनवाई दौरान अदालत ने कुछ सख्त टिप्पणियां भी कीतियां ने जिस विच प्रदर्शन नूं किसानां दा हक दस्सिया है, पर नाल ही कहा कि किसी नूं कोई दिक्कत नहीं होनी चाहिए। ब्यूरो रिपोर्ट जी मीडिया। उधर अगे वधांगे जिथे बीते दिनी ਸਿੰਘੂ ਬਾਰਡਰ ਤੇ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਹੋਈ, ਉਸ ਦੀ ਗੱਲ ਕਰਾਂਗੇ। ਮੀਟਿੰਗ ਦੇ ਵਿੱਚ ਅਗਲੀ ਰਣਨੀਤੀ ਨੂੰ ਲੈ ਕੇ ਚਰਚਾ ਕੀਤੀ ਗਈ ਹੈ ਤੇ ਨਾਲ ਹੀ ਇਸ ਅੰਦੋਲਨ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਸੁਣਵਾਈ ਦੇ ਵਿੱਚ ਲਏ ਗਏ ਜੋ ਫੈਸਲੇ ਨੇ ਉਸ ਤੇ ਵੀ ਮੰਥਨ ਕੀਤਾ ਗਿਆ। ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ 4 ਵਕੀਲਾਂ ਦੇ ਪੈਨਲ ਨਾਲ ਮੰਥਨ ਤੋਂ ਬਾਅਦ ਹੀ ਅਗਲੀ ਰਣਨੀਤੀ ਤਿਆਰ ਕੀਤੀ ਜਾਏਗੀ। ਉਹਨਾਂ ਨੇ ਇਹ ਵੀ ਕਿਹਾ ਕਿ ਕੁਝ ਲੋਕ इस अंदोलन नूं बदनाम करन दी कोशिश कर रहे हैं। बलबीर राजेवाल ने कहा कि अकाली दल दे नाल साडा कोई लेना देना नहीं है। बीबी जगीर कौर दा जो बयान सामने आया उसके खिलाफ कार्रवाई दी उन्होंने मंग भी की ते नाल ही इस दौरान संत राम सिंह होरां नूं श्रद्धांजलि भी दी गई। श्रोमणी अकाली दल का इस आंदोलन से कुछ भी दूर नजदीक का रिश्ता नहीं, वास्ता नहीं। उसने कह दिया कि ये आंदोलन तो हमारा है, हमने किसान जथेबंदियों को आगे लगाया हुआ है, तो हम उसके बयान की निंदा तो करते हैं, इसके साथ अकाली दल से मांग करते हैं कि अकाली दल उसके खिलाफ कार्रवाई करे। दूसरी बात मांग करते हैं कि SGPC प्रेसिडेंट झूठ बोली है, इसलिए श्री अकाल तख्त साहब उसके खिलाफ कार्रवाई करें। तो
today in our committee we took a decision about the Supreme Court case. We decided to consult four Supreme Court senior advocate. Then we will decide after discussing with the four senior counsel. We will take a decision. This is the today's committee's decision. उधर केंद्रीय खेतीबाड़ी मंत्री नरेंद्र तोमर ने किसानां ਨੂੰ 8 ਪੰਨਿਆਂ ਦਾ ਖੁੱਲਾ ਪੱਤਰ ਲਿਖਿਆ, ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਲੰਬੇ ਸਮੇਂ ਤੋਂ ਅੰਦੋਲਨ ਚੱਲ ਰਿਹਾ ਹੈ ਪਰ ਕਈ ਕਿਸਾਨ ਜਥੇਬੰਦੀਆਂ ਪੂਰਾ ਸਮਰਥਨ ਕਰ ਰਹੀਆਂ ਨੇ ਕਾਨੂੰਨਾਂ ਦਾ। ਕੁਝ ਕਿਸਾਨ ਜਥੇਬੰਦੀਆਂ ਕਾਨੂੰਨ ਨੂੰ ਲੈ ਕੇ ਗੁੰਮਰਾਹ ਕਰਨ ਦਾ ਕੰਮ ਕਰ ਰਹੀਆਂ ਨੇ, ਕੁਝ ਗੁੰਮਰਾਹ ਹੋ ਰਹੀਆਂ ਨੇ। ਚਿੱਠੀ ਰਾਹੀਂ ਹਰ ਸੰਸੇ ਦੂਰ ਕਰਨ ਦਾ ਭਰੋਸਾ ਉਹਨਾਂ ਨੇ ਦਿੱਤਾ ਤੇ ਕਿਹਾ ਕਿ ਦਿੱਲੀ ਦੇ ਨੇੜਲੇ ਇਲਾਕਿਆਂ ਦੇ ਵਿੱਚ ਝੂਠ ਦੀ ਕੰਧ ਖੜੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਹਨਾਂ ਨੇ ਵੀ ਕਿਹਾ ਕਿ MSP ਜਾਰੀ ਰਹੇਗੀ, ਮੰਡੀਆਂ ਚਾਲੂ ਰਹਿਣਗੀਆਂ। APMC ਮੰਡੀਆਂ ਕਾਨੂੰਨ ਦੇ ਦਾਇਰੇ ਤੋਂ ਬਾਹਰ ਨੇ। ਜ਼ਮੀਨ ਖੋਣ ਦਾ ਜੋ ਡਰ ਪੈਦਾ ਕੀਤਾ ਜਾ ਰਿਹਾ ਹੈ ਉਹ ਵੀ ਝੂਠ ਹੈ, ਜ਼ਮੀਨ ਤੇ ਕੋਈ ਖਤਰਾ ਨਹੀਂ ਹੈ। PM ਮੋਦੀ ਨੇ ਵੀ ਕਿਸਾਨਾਂ ਨੂੰ ਇਹ ਚਿੱਠੀ ਪੜ੍ਹਨ ਦੀ ਅਪੀਲ ਕੀਤੀ। ਹੋਰਨਾਂ ਭਾਜਪਾ ਆਗੂਆਂ ਨੇ ਵੀ ਇਹ ਅਪੀਲ ਕੀਤੀ ਕਿ ਅੰਦੋਲਨ ਦਾ ਰਾਹ ਛੱਡਣ ਕਿਸਾਨ। उधर बठिंडा पुलिस ने एक नशा तस्कर ਨੂੰ ਕਾਬੂ ਕੀਤਾ ਹੈ, ਜਿਸ ਤੋਂ 7 किलो ਚੂਰਾ ਪੋਸਤ ਬਰਾਮਦ ਹੋਇਆ ਹੈ। ਪਿੰਡ ਪਥਰਾਲਾ ਤੋਂ ਨਸ਼ਾ ਤਸਕਰ ਕਾਬੂ ਕੀਤਾ ਗਿਆ ਹੈ। NDPS ਐਕਟ ਤਹਿਤ ਮਾਮਲਾ ਵੀ ਦਰਜ ਹੋ ਗਿਆ। ਸੋ ਬਠਿੰਡਾ ਪੁਲਿਸ ਨੇ ਇੱਕ ਨਸ਼ਾ ਤਸਕਰ ਕਾਬੂ ਕੀਤਾ ਹੈ। ਪਿੰਡ ਪਥਰਾਲਾ ਤੋਂ ਇਹ ਨਸ਼ਾ ਤਸਕਰ ਕਾਬੂ ਕੀਤਾ ਗਿਆ ਹੈ। NDPS ਐਕਟ ਤਹਿਤ पुलिस वालों मामला दर्ज होया। 7 किलो चूरा पोस्ट इस तो बरामद होया। अगे किथे सप्लाई होना सी, कित्थों ये लैके आया। फिलहाल पुछगिछ दौरान ही ये तमाम चीज़ां सामने आउणगियां। काबू कर लिया गया नशा तस्कर, इस दे तार किथे किथे जुड़े सन, ये तमाम चीज़ां भी जांच तो बाद सामने आउणगियां। साडे सहयोगी गोविंद सैनी जुड़ चुके ने। गोविंद, कित्थों तक जांच पहुंची है? काबू कर लिया गया तस्कर, हुण रिमांड लिया जाएगा? बिल्कुल अमृता, जे इस तस्कर की गल करिए बठिंडा के अपना पिंड पथराला है। गुप्त सूचना आधार पर पुलिस ने सूचना मिली थी कि नशा तस्कर इस पिंड में घूम रहा है, नशा तस्कर वास्ते आया है। जे तक पुलिस ने संगत पुलिस ने अपना जाल बिछाया जिसके इस नशा तस्कर को काबू किया। ये पासों 7 किलो चूरा पोस्ट नशा बरामद किया। यह नशा जिहड़ा है राजस्थान तो लेके आया सी ते बठिंडा के आस पास पिंडों के नौजवानों ने सप्लाई करना सी। फिलहाल पुलिस ने इस नशा तस्कर के उपर NDP एक्ट के तहत मामला दर्ज किया गया, परंतु अज कोर्ट के पेश किया जाएगा। पुलिस रिमांड भी हासिल किया जाएगा, ताई जाके पता चल पाएगा आखिरकार ये नशा तस्कर किन्ने दिनों तो ये नशा तस्करी कर रहे सी ते इहदे पिछे किहड़े-किहड़े होर लोग हन ਤੇ ਕਿ ਕਿੰਨੇ ਲੋਕਾਂ ਨੂੰ ਇਹ ਸਪਲਾਈ ਹੋਣਾ ਸੀ, ਕਿਉਂਕਿ ਇਸ ਤੋਂ ਪਹਿਲਾਂ ਵੀ ਅਜਿਹੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ। ਜ਼ਾਹਰ ਹੈ ਕਿ ਸਾਡੀ ਜਵਾਨੀ ਨੂੰ ਗਰਕ ਕਰ ਰਿਹਾ ਨਸ਼ਾ। इस बारे कोई जानकारी मिली है या फिर तमाम चीज़ां हजे पुछगिछ तो बाद रिमांड लेने तो बाद ही सामने आउणगियां? देखो अमृता, वैसे तो पुलिस रिमांड लेने तो बाद ही सारा साफ हो पाएगा पुलिस जांच के दौरान ही, परंतु ये जरूर साफ होया पिया कि पिंड दे जिहड़े कि नौजवान जिहड़े होंदे ने ਉਹ ਜਿਹੜੇ ਕਿ आदी होंदे ने नशा करन दे, ਉਹਨਾਂ ਨੂੰ ਇਹ ਸਪਲਾਈ ਕਰਦਾ ਸੀ ਤੇ ਫਿਲਹਾਲ ਜਿਹੜਾ ਹੈਗਾ ਪੁਲਿਸ ਇੰਨੀ ਜਾਣਕਾਰੀ ਦੇ ਪਾਈ ਹੈ। ਜਦੋਂ ਰਿਮਾਂਡ ਹਾਸਲ ਕਰ ਪਾਵੇਗੀ ਉਹਦੇ ਨਾਲ ਬਾਰੀਕੀ ਨਾਲ ਉਹਦੀ ਜਾਂਚ ਕੀਤੀ ਜਾਵੇਗੀ, ਉਸ ਤੋਂ ਬਾਅਦ ਹੀ ਪਤਾ ਚੱਲ ਪਾਵੇਗਾ ਆਖਿਰਕਾਰ ਇਹ ਕਿਨ ਲੋਕਾਂ ਨੂੰ ਇਹ ਆਪਣਾ ਨਸ਼ਾ ਦਿੰਦਾ ਸੀ ਤੇ ਸਪਲਾਈ ਕਰਦਾ ਸੀ ਤੇ ਇਹਦੇ ਪਿੱਛੇ ਕੋਈ ਹੋਰ ਕਿਹੜੇ-ਕਿਹੜੇ ਲੋਕ ਸ਼ਾਮਲ ਹਨ। जी, बहुत शुक्रिया गोविंद इस तमाम जानकारी के लिए। ਤੇ ਹੁਣ ਗੱਲ ਕਰਦੇ ਹਾਂ ਮਿਲਟਰੀ ਲਿਟਰੇਚਰ ਫੈਸਟੀਵਲ ਦੀ, ਜਿਸ ਦਾ ਅੱਜ ਤੋਂ ਆਗਾਜ਼ ਹੋਣ ਜਾ ਰਿਹਾ ਹੈ। ਥੀਮ ਹੈ ਜੈ ਜਵਾਨ ਜੈ ਕਿਸਾਨ। ਰੱਖਿਆ ਮੰਤਰੀ ਰਾਜਨਾਥ ਸਿੰਘ ਖੁਦ ਵਰਚੁਅਲੀ ਇਸ ਫੈਸਟੀਵਲ ਦਾ ਆਗਾਜ਼ ਕਰਨਗੇ ਤੇ ਖਾਸ ਤਵੱਜੋ ਜੋ ਦਿੱਤੀ ਗਈ ਹੈ ਜ਼ਾਹਿਰ ਤੌਰ ਤੇ ਇਸ ਫੈਸਟੀਵਲ ਦੀ ਥੀਮ ਨੂੰ, ਜਿਸ ਨੂੰ ਰੱਖਿਆ ਗਿਆ ਹੈ ਜੈ ਜਵਾਨ ਜੈ ਕਿਸਾਨ। ਸੋ ਅੱਜ ਵਰਚੁਅਲ ਉਦਘਾਟਨ ਖੁਦ ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਇਵੈਂਟ ਦਾ ਕਰਨਗੇ। उधर पंजाब स्मार्ट कनेक्ट स्कीम के दूजे पड़ाव की भी शुरुआत होने जा रही है। पंजाब के विद्यार्थियों को एक बार फिर स्मार्टफोन्स मिलन जा रहे हैं। जी हाँ, स्मार्टफोन वंड का दूजा गेड़ इसकी शुरुआत होने जा रही है। मोहाली के स्कूल च विद्यार्थियों को स्मार्टफोन्स वंडणगे अज कैप्टन अमरिंदर सिंह ते बाकी हलकों तो आपो अपने हलकों तो विधायक ते कैबिनेट मंत्री वीडियो कॉन्फ्रेंसिंग राही जुड़ के विद्यार्थियों को ये स्मार्टफोन वंडणगे।
ਸੋ ਸਮਾਰਟਫੋਨਸ ਅੱਜ ਵੰਡੇ ਜਾਣੇ ਨੇ ਵਿਦਿਆਰਥੀਆਂ ਨੂੰ। ਦੂਜੇ ਪੜਾਅ ਦੀ ਸ਼ੁਰੂਆਤ ਅੱਜ ਹੋਏਗੀ। ਸੀਐਮ ਕੈਪਟਨ ਮੋਹਾਲੀ ਤੋਂ ਸਮਾਰਟਫੋਨਸ ਵੰਡਣਗੇ ਤੇ ਇਸ ਦੇ ਨਾਲ ਵਰਚੁਅਲੀ ਯਾਨੀ ਕਿ ਵੀਡੀਓ ਕਾਨਫਰੰਸਿੰਗ ਰਾਹੀਂ ਹੋਰ तमाम ਵਿਧਾਇਕ ਤੇ ਮੰਤਰੀ ਜੁੜਨਗੇ ਤੇ ਉਹ ਵੀ ਵੱਖ-ਵੱਖ ਥਾਵਾਂ ਤੇ ਜਿਸ ਤਰ੍ਹਾਂ ਵੀ ਸਮਾਗਮਾਂ ਦਾ ਪ੍ਰਬੰਧ ਹੋਏਗਾ ਉੱਥੋਂ ਹੀ ਬੱਚਿਆਂ ਨੂੰ ਇਹ ਸਮਾਰਟਫੋਨਸ ਵੰਡਣਗੇ। ਵੇਖਣਾ ਹੋਏਗਾ ਕਿ ਅੱਜ ਕਿੰਨੇ ਬੱਚੇ ਕਵਰ ਕਰੇਗੀ ਸਰਕਾਰ। ਇਹ ਉਹੀ ਸਮਾਰਟਫੋਨਸ ਨੇ ਜਿਸ ਨੂੰ ਲੈ ਕੇ ਹੁਣ ਤੱਕ ਸਰਕਾਰ ਦੀ ਹਾਸੋਹੀਣੀ ਹੁੰਦੀ ਰਹੀ ਹੈ, ਸਰਕਾਰ ਦੀ ਕਿਰਕਰੀ ਹੁੰਦੀ ਰਹੀ ਹੈ, ਪਰ ਆਖਰਕਾਰ ਜਾਂਦੇ ਜਾਂਦੇ ਇਹ ਵਾਅਦਾ ਵੀ ਸਰਕਾਰ ਪੂਰਾ ਕਰਨ ਦੀ ਕੋਸ਼ਿਸ਼ ਦੇ ਵਿੱਚ ਨਜ਼ਰ ਆ ਰਹੀ ਹੈ। ਫਾਜ਼ਿਲਕਾ ਦੀ ਗੱਲ ਕਰਾਂਗੇ। ਸੀਆਈਏ ਸਟਾਫ ਪੁਲਿਸ ਤੇ ਬੀਐਸਐਫ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਪਾਕਿਸਤਾਨ ਤੋਂ 6 ਕਿਲੋ 70 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਇਸ ਦੀ ਕੀਮਤ 30 ਕਰੋੜ ਰੁਪਏ ਦੱਸੀ ਜਾ ਰਹੀ ਹੈ। ਨਸ਼ਾ ਤਸਕਰ ਨੂੰ ਵੀ ਕਾਬੂ ਕਰ ਲਿਆ ਗਿਆ। ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੋ ਫਾਜ਼ਿਲਕਾ ਸੀਆਈਏ ਸਟਾਫ ਪੁਲਿਸ ਤੇ ਬੀਐਸਐਫ ਨੂੰ ਇਹ ਵੱਡੀ ਕਾਮਯਾਬੀ ਹਾਸਲ ਹੋਈ ਹੈ। 6 ਕਿਲੋ 70 ਗ੍ਰਾਮ ਹੈਰੋਇਨ ਖਾਸ ਤੌਰ ਤੇ ਪਾਕਿਸਤਾਨ ਵਾਲੇ ਪਾਸਿਓਂ ਆਈ ਇਹ ਹੈਰੋਇਨ ਬਰਾਮਦ ਕੀਤੀ ਗਈ ਹੈ। ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਇਸ ਦੀ ਕੀਮਤ 30 ਕਰੋੜ ਰੁਪਏ ਦੀ ਦੱਸੀ ਜਾ ਰਹੀ ਹੈ। ਨਸ਼ਾ ਤਸਕਰ ਨੂੰ ਵੀ ਕਾਬੂ ਕਰ ਲਿਆ ਗਿਆ। ਜ਼ਾਹਰ ਤੌਰ ਤੇ ਇਹ ਗ੍ਰਿਫਤਾਰੀ ਕਈ ਵੱਡੀਆਂ ਪੋਲਾਂ ਖੋਲ ਸਕਦੀ ਹੈ। ਸਾਡੇ ਸਹਿਯੋਗੀ ਸੁਨੀਲ ਨਾਗਪਾਲ ਸਾਡੇ ਨਾਲ ਜੁੜ ਚੁੱਕੇ ਨੇ। ਸੁਨੀਲ, ਕੀ ਕੁਝ ਜਾਣਕਾਰੀ ਮਿਲ ਪਾਈ ਹੈ ਇਸ ਗ੍ਰਿਫਤਾਰੀ ਬਾਰੇ ਤੇ ਇਸ ਬਰਾਮਦਗੀ ਬਾਰੇ? ਅਮ੍ਰਿਤਾ, ਸੀਆਈਏ ਸਟਾਫ ਪੁਲਿਸ ਨੂੰ ਇਹ ਕਾਮਯਾਬੀ ਮਿਲੀ ਹੈਗੀ ਹੈ। ਸੀਆਈਏ ਸਟਾਫ ਪੁਲਿਸ ਨੇ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਜਿਹੜਾ ਤਸਕਰ ਹੈ ਉਹਦੇ ਵੱਲੋਂ ਪਾਕਿਸਤਾਨ ਤੋਂ WhatsApp ਕਾਲ ਦੇ ਜ਼ਰੀਏ ਇੱਕ ਖੇਪ ਮੰਗਵਾਈ ਗਈ ਹੈ, ਜਿਹੜੀ ਤਾਰ ਦੇ ਉਸ ਪਾਰ ਜ਼ਮੀਨ ਦੇ ਵਿੱਚ ਦਬਾ ਕੇ ਰੱਖੀ ਗਈ ਹੈ। ਅਗਰ ਉਹ ਹੁਣ ਜਿਹੜਾ ਉਹ ਤਸਕਰ ਜਿਹੜਾ ਹੈਗਾ ਹੁਣ ਉਸ ਖੇਪ ਨੂੰ ਪਾਕਿਸਤਾਨ ਤੋਂ ਭਾਰਤ ਵੱਲ ਟ੍ਰਾਂਸਫਰ ਕਰਨ ਦੀ ਫਿਰਾਕ 'ਚ ਹੈ। ਅਗਰ ਇਸ ਨੂੰ ਨਾਕਾਬੰਦੀ ਕਰਕੇ ਫੜ ਲਿਆ ਜਾਵੇ, ਕੋਸ਼ਿਸ਼ ਕੀਤੀ ਜਾਵੇ ਤਾਂ ਫੜਿਆ ਜਾ ਸਕਦਾ ਹੈ, ਜਿਸ ਤੇ ਪੁਲਿਸ ਨੇ ਉਸ ਸੀਕ੍ਰੇਟ ਇਨਫੋਰਮੇਸ਼ਨ ਤੇ ਨਾਕਾਬੰਦੀ ਕਰਕੇ ਇਸ ਸ਼ਖਸ ਨੂੰ ਗ੍ਰਿਫਤਾਰ ਕੀਤਾ ਔਰ ਇਸ ਤੋਂ 6 ਕਿਲੋ 70 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਇਹ ਪਾਕਿਸਤਾਨ ਤੋਂ ਮੰਗਵਾਈ ਗਈ ਹੈ। ਫਿਲਹਾਲ ਸੀਆਈਏ ਸਟਾਫ ਜਿਹੜੀ ਹੈ ਪੁਲਿਸ ਹੈ ਅੱਜ ਇਸ ਸ਼ਖਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰੇਗੀ, ਉਹਦਾ ਰਿਮਾਂਡ ਹਾਸਲ ਕੀਤਾ ਜਾਏਗਾ। ਪੁਲਿਸ ਦਾ ਕਹਿਣਾ ਹੈ ਕਿ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਜੀ ਅਮ੍ਰਿਤਾ। ਜੀ ਸੁਨੀਲ, ਬਹੁਤ ਸ਼ੁਕਰੀਆ ਇਸ ਜਾਣਕਾਰੀ ਦੇ ਲਈ। ਅਪਡੇਟਸ ਲਈ ਤੁਹਾਡਾ ਰੁਖ ਕਰਾਂਗੇ। ਫਿਲਹਾਲ ਧੰਨਵਾਦ। ਲੁਧਿਆਣਾ ਪੁਲਿਸ ਨੇ ਇੱਕ ਅਨੋਖੀ ਪਹਿਲ ਕਰਦਿਆਂ ਹੋਇਆਂ ਲੋਕਾਂ ਦੇ ਘਰਾਂ 'ਚ ਲੱਗੇ ਕੈਮਰਿਆਂ ਦਾ ਐਕਸੈਸ ਹਾਸਲ ਕੀਤਾ ਹੈ। ਤੁਹਾਨੂੰ ਦੱਸਦੀ ਇਸ ਨਾਲ ਘੱਟ ਖਰਚੇ ਦੇ ਵਿੱਚ ਹੁਣ ਪੁਲਿਸ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਨਜ਼ਰ ਰੱਖ ਸਕੇਗੀ। ਲੋਕਾਂ ਨੂੰ ਵੱਧ ਤੋਂ ਵੱਧ ਕੈਮਰੇ ਲਗਵਾਉਣ ਤੇ ਜੋ ਕੈਮਰੇ ਆਲਰੇਡੀ ਲੱਗੇ ਹੋਏ ਨੇ ਰੋਡ ਵੱਲ ਉਹਨਾਂ ਨੂੰ ਕਰਕੇ ਉਹਨਾਂ ਦਾ ਐਕਸੈਸ ਪੁਲਿਸ ਨੂੰ ਦਿੱਤੇ ਜਾਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਪੁਲਿਸ ਘੱਟ ਖਰਚੇ ਵੀ ਕਰੇ ਤੇ ਨਾਲ ਹੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਅਪਡੇਟ ਵੀ ਕਰ ਸਕੇ। ਪਹਿਲਾਂ ਪੁਲਿਸ ਵੱਲੋਂ ਅਪੀਲ ਕੀਤੀ ਗਈ ਸੀਗੀ, ਕਾਫੀ ਇੱਕ ਦੋ ਸਾਲਾਂ ਤੋਂ ਅਪੀਲ ਕੀਤੀ ਜਾ ਰਹੀ ਹੈ ਸਾਡੇ ਸੀਨੀਅਰ ਆਫੀਸਰਸ ਵੱਲੋਂ ਵੀ ਕਿ ਹਰ ਥਾਂ ਤੇ ਕੈਮਰੇ ਲਗਾਏ ਜਾਣ, ਜਿੱਦਾਂ ਮੰਦਿਰ ਹੋ ਗਏ, ਗੁਰਦੁਆਰਾ ਸਾਹਿਬ ਹੋ ਗਏ, ਕੋਈ ਸੈਂਸਿਟਿਵ ਜਗ੍ਹਾ ਹੋ ਗਈ, ਜੂਲਰਸ ਹੋ ਗਏ, ਮਾਰਕੀਟਸ, ਮਾਲਸ ਇਤਿਆਦਿ। ਘਰਾਂ ਦੀ ਸੁਰੱਖਿਆ ਲਈ ਵੀ ਅਸੀਂ ਲੋਕਾਂ ਨੂੰ ਪ੍ਰੇਰਿਤ ਕਰਦੇ ਹਾਂ ਕਿ ਉਹ ਵਧੀਆ ਕੁਆਲਿਟੀ ਦੇ ਕੈਮਰੇ ਲਗਾਉਣ ਤਾਂ ਕਿ ਰਾਤ ਨੂੰ ਵੀ ਉਹ ਵਧੀਆ ਕੰਮ ਕਰਨ। ਇਹਦੇ ਨਾਲ ਕੀ ਹੁੰਦਾ, ਚੋਰੀ ਚਕਾਰੀ ਦੇ ਕੰਟਰੋਲ ਵੀ ਹੁੰਦਾ, ਦੂਜਾ ਪੁਲਿਸ ਨੂੰ ਵੀ ਕ੍ਰਾਈਮ ਟ੍ਰੇਸ ਕਰਨ ਦੇ ਵਿੱਚ ਕਾਫੀ ਸਹੂਲਤ ਹੁੰਦੀ ਹੈ। ਉਧਰ ਕਪੂਰਥਲਾ ਦੀ ਜੇਲ੍ਹ 'ਚ ਬੰਦ ਇੱਕ ਹਵਾਲਾਤੀ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਹਵਾਲਾਤੀ ਤੇ ਕੁੜੀ ਨੂੰ ਭਜਾਉਣ ਦੇ ਇਲਜ਼ਾਮ ਲੱਗੇ ਸਨ। ਤੁਹਾਨੂੰ ਦੱਸ ਦਈਏ ਪਰ ਇਸ ਮੌਤ ਤੋਂ ਬਾਅਦ ਪਰਿਵਾਰ ਨੇ ਕੁੜੀ ਦੇ ਪਰਿਵਾਰਕ ਮੈਂਬਰਾਂ ਤੇ ਗੰਭੀਰ ਇਲਜ਼ਾਮ ਲਗਾਏ ਨੇ। ਜੇਲ੍ਹ ਪ੍ਰਸ਼ਾਸਨ ਦੇ ਮੁਤਾਬਕ ਮ੍ਰਿਤਕ ਪਿਛਲੇ 9 ਮਹੀਨਿਆਂ ਤੋਂ ਜੇਲ੍ਹ 'ਚ ਬੰਦ ਸੀ। ਅਚਾਨਕ ਉਸ ਦੀ ਤਬੀਅਤ ਵਿਗੜੀ ਤੇ ਹਸਪਤਾਲ ਉਸ ਨੂੰ ਭਰਤੀ ਕਰਾਇਆ ਪਰ ਬਚਾਇਆ ਨਹੀਂ ਜਾ ਸਕਿਆ। ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਫਿਲਹਾਲ ਮ੍ਰਿਤਕ ਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਕਿ ਅੰਦਰ ਬਿਮਾਰ ਹੋਇਆ? ਨਹੀਂ, ਕੋਈ ਬਿਮਾਰ ਨਹੀਂ, ਨਾ ਕੋਈ ਮੁੰਡਾ ਨਸ਼ਾ ਹੀ ਕਰਦਾ ਸੀ, ਇਦਾਂ ਦਾ ਕੋਈ ਗੱਲ ਹੀ ਨਹੀਂ। ਸਾਡੇ ਮੱਥੇ ਹੀ ਨਹੀਂ ਉਹਨਾਂ ਨੇ ਲਾਇਆ। ਹੁਣ ਜਿੱਦਣ ਮੁੱਕਿਆ ਹੁਣ ਹੀ ਮੱਥੇ ਲਾਇਆ ਉਹਨਾਂ ਨੇ, ਮਾਰ ਕੇ ਦਿੱਤਾ ਗਿਆ। ਸਾਨੂੰ ਪਤਾ ਨਹੀਂ ਵੀ ਕੁੜੀ ਵਾਲਿਆਂ ਨੇ ਮਰਵਾਇਆ ਜਾਂ ਕੀ ਹਿਸਾਬ ਕਿਤਾਬ ਹੋਈ ਆ। ਮੇਰਾ ਮੁੰਡੇ ਨੂੰ ਜੇਲ੍ਹ 'ਚ ਲੈ ਕੇ ਆਏ ਸੀਗੇ, ਕਹਿੰਦੇ ਸੀ ਠੀਕ ਆ ਕੇ ਆਪਦੇ ਮੁੰਡੇ ਨੂੰ ਮਿਲ ਲਾ। ਇਹਨਾਂ ਨੇ ਇੰਨਾ ਝੂਠ ਬੋਲਿਆ ਨਾ ਪੁਲਿਸ ਵਾਲਿਆਂ ਨੇ ਮੈਨੂੰ, ਤੇ ਮੈਨੂੰ ਕਹਿੰਦੇ ਗੱਲ ਕਰ ਲਾ। ਜਦ ਮੈਂ ਆਈ ਤੇ ਫਿਰ ਪਤਾ ਲੱਗਾ ਵੀ ਮੁੰਡਾ ਪੂਰਾ ਹੋ ਗਿਆ। ਤੁਸੀਂ ਕੀ ਲੱਗਦੇ ਮੁੰਡੇ ਦੇ? ਮੈਂ ਉਹਦੀ ਮਾਂ ਲੱਗਦੀ ਹਾਂ। ਅੱਛਾ, ਤੇ ਕੀ ਗੱਲ ਕੀ ਹੋਈ ਸੀਗੀ? ਕਿੰਨੀ ਦੇਰ ਤੋਂ ਹੀ ਜੇਲ੍ਹ 'ਚ? ਹੋ ਗਏ 6-7 ਮਹੀਨੇ ਜੀ। ਤੇ ਜਦੋਂ ਜੇਲ੍ਹ ਤੋਂ ਆਇਆ ਤਾਂ ਬਿਲਕੁਲ ਠੀਕ ਸੀ ਬੰਦਾ ਇਹ ਜੀ। ਰਸਤੇ 'ਚ ਆਉਂਦਾ ਇਹਨੇ ਯਕਦਮ ਘਬਰਾਹਟ 'ਚ ਮਹਿਸੂਸ ਹੋਣ ਤੇ ਫਿਰ
ਤੇ ਇਹਨਾਂ ਹਸਪਤਾਲ ਪਹੁੰਚਣ ਤੇ ਡਾਕਟਰ ਸਾਹਿਬ ਦੱਸਿਆ ਵੀ ਬੰਦਾ ਇਹ ਪੂਰਾ ਹੋ ਚੁੱਕਾ ਹੈ। ਇਹ ਕਿਹੜੇ ਕੇਸ 'ਚ ਸੀਗਾ? ਇਹ ਬੰਦਾ 63 ਦਾ ਪਰਚਾ ਜਿਹਦਾ ਸਦਰ ਥਾਣੇ ਕਪੂਰਥਲੇ ਦਾ। ਉਧਰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਔਲਖ ਦੇ ਵਿੱਚ ਰਾਣਾ ਸਿੱਧੂ ਦੇ ਕਤਲ ਮਾਮਲੇ 'ਚ ਪੁਲਿਸ ਨੂੰ ਕਈ ਅਹਿਮ ਸੁਰਾਖ ਲੱਗੇ ਨੇ। 22 ਅਕਤੂਬਰ ਨੂੰ ਰਣਜੀਤ ਸਿੰਘ ਉਰਫ ਰਾਣਾ ਸਿੱਧੂ ਦਾ ਸਰੇਆਮ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਇਹ ਕਈ ਮਾਮਲਿਆਂ ਦੇ ਵਿੱਚ ਸ਼ਾਮਲ ਹੋਇਆ ਸੀ ਤੇ ਇਸ ਦੇ ਚੱਲਦਿਆਂ ਇਸ ਦੇ ਕਤਲ ਨੂੰ ਸ਼ੁਰੂ ਤੋਂ ਹੀ ਗੈਂਗ ਵਾਰ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਸੀ। ਫਿਲਹਾਲ ਮੁਲਜ਼ਮ ਪਵਨ ਰਹਿਰਾ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਹਥਿਆਰ ਵੀ ਬਰਾਮਦ ਕੀਤੇ ਗਏ ਨੇ ਜੋ ਵਾਰਦਾਤ ਨੂੰ ਅੰਜਾਮ ਦੇਣ ਵੇਲੇ ਵਰਤੇ ਗਏ ਸਨ। ਫਿਲਹਾਲ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ।